ਤਾਂ ਦੇਖਣਾ ਅਸੀਂ ਇਸ ਚੀਜ਼ ਨੂੰ ਹੈ ਵੀ ਜਿਹੜੇ ਅੱਛੇ ਗ੍ਰੰਥ, ਇਹ ਭੁਲੇਖਾ ਹੈ ਕਿ ਵੀ ਗੁਰੂ ਗ੍ਰੰਥ ਸਾਹਿਬ ਮੈਂ ਆਪਣੇ ਘਰੇ ਰੱਖ ਲਿਆ ਤੇ ਮੇਰਾ ਘਰ ਪਵਿੱਤਰ ਹੋ ਗਿਆ। ਇਹ ਭੁਲੇਖੇ ਕੱਢੋ। ਉਹ ਜਿਹੜੇ ਹਿਰਦੇ ਦੇ ਵਿੱਚ ਇਹਦੇ ਕੰਨਾਂ ਦੁਆਰਾ ਇਹਦੀ ਵਿਚਾਰ ਬੋਲ ਬਾਣੀ ਦੇ ਕੰਨ ਦੁਆਰਾ ਜਿਸ ਹਿਰਦੇ 'ਚ ਜਾਂਦੇ ਹੈ ਤੇ ਅਜੇ ਤੀਕ ਤੇਰਾ ਹਿਰਦਾ ਪਵਿੱਤਰ ਨਹੀਂ ਹੋਇਆ ਤੇ ਇਹ ਕੰਧਾਂ ਨਾ ਪਵਿੱਤਰ ਕਾਹਦੇ ਨਾਲ ਕਿਵੇਂ ਹੋ ਜਾਣਗੀਆਂ? ਕੰਧਾਂ ਸੁਣਦੀਆਂ ਬਾਣੀ ਨੂੰ, ਕੰਧਾਂ ਵੇਖਦੀਆਂ ਬਾਣੀ ਨੂੰ। ਕਿਸ ਨੇ ਭੁਲੇਖਾ ਪਾਇਆ? ਤਾਂ ਇਹ ਹੋਏਗਾ ਵੀ ਅਚਰਜ ਹੈ। ਖੂਹ ਇੱਕ ਐਸਾ ਹੈ ਕਿ ਸਾਰੇ ਨਗਰ ਵਾਸੀ ਪਾਣੀ ਭਰਦੇ ਆ ਤਾਂ ਵੀ ਖੂਹ ਭਰਿਆ ਰਹਿੰਦਾ, ਪਾਣੀ ਨਹੀਂ ਮੁੱਕਦਾ। ਪਰ ਉਹਨਾਂ ਨੂੰ ਤ੍ਰਿਪਤੀ ਹੁੰਦੀ, ਜਿਹਨੂੰ ਲੋੜ ਹੁੰਦੀ ਹੈ ਉਹ ਤੌੜੇ ਲੈ ਕੇ ਖੂਹ 'ਤੇ ਜਾਂਦੇ ਆ ਤੇ ਖੂਹ ਦੇ ਉੱਤੇ ਡੋਲ ਰੱਖੇ, ਉਹ ਡੋਲ ਨਾਲ ਘੜੇ ਭਰ ਕੇ ਲਿਆਉਂਦੇ ਆ। ਜਿਹਨੂੰ ਤਲਬ ਜ਼ਰੂਰਤ ਹੁੰਦੀ ਉਹ ਖੂਹ ਤੋਂ ਪਾਣੀ ਭਰਨ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਗਿਆਨ ਹੈ ਖੂਹੇ ਦੇ ਸਮਾਨ ਹੈ। ਇਹ ਮੁੱਕਣ ਵਾਲਾ ਨਹੀਂ ਗਾ। ਕੋਈ ਇਹ ਤੋਂ ਗਿਆਨ ਪ੍ਰਾਪਤ ਕਰੀ ਜਾਵੇ, ਪਰ ਅਚਰਜ ਇਹ ਹੋ ਗਿਆ ਹੈ ਕਿ ਜਿਵੇਂ ਕਹਿ ਦਈਏ ਕਿ ਪਾਣੀ ਪਿਆਸਾ ਖੂਹੇ ਦੇ ਪਾਸ ਜਾਂਦਾ ਸੀ, ਅਚਰਜ ਅੱਜ ਖੂਹ ਭੱਜੇ ਫਿਰਦੇ ਆ ਪਾਣੀ ਪਿਆਉਣ ਨੂੰ ਵੀ। ਪੀ ਲਓ ਪੀ ਲਓ। ਜਿਸ ਖੂਹੇ ਦੇ ਕੋਲੇ ਪਿਆਸਾ ਪਿਆਸ ਬੁਝਾਉਣ ਜਾਂਦਾ ਸੀ ਉਹ ਖੂਹ ਭੱਜੇ ਫਿਰਦੇ ਆ, ਪਰਚੇ ਛਪਾਉਂਦੇ ਆ, ਇਸ਼ਤਿਹਾਰ ਪਹਿਲਾਂ ਲੱਗ ਜਾਂਦੇ ਵੀ ਫਲਾਣੇ ਮਹਾਰਾਜ ਜੀ ਆ ਰਹੇ ਹੈ। ਅਗਰ ਜੇ ਤੂੰ ਖੂਹ ਹੈ ਤਾਂ ਤੇਰੇ ਕੋਲੇ ਪਿਆਸੇ ਆਪੇ ਆਉਣਗੇ। ਯਾਰ ਪਿਆਸ ਬੁਝਾਉਣ ਲਈ ਖੂਹ ਹੀ ਭੱਜੇ ਫਿਰਦੇ ਆ। ਇਹਨਾਂ ਦੀ ਰੀਸ ਨਾਲ ਇਹ ਸਿੱਖ ਭਾਈਚਾਰੇ ਨੇ ਬਾਣੀ ਨੂੰ ਵੀ ਭੱਜਣ ਖੂਹਾ ਤੋਰਨ ਲਾਤਾ। ਉਹ ਜਿੱਥੇ ਨਿਯਤ ਕੀਤੀ ਉੱਥੇ ਆਪਣੀ ਮਹਿਮਾ ਮੈਂ ਪਿਆ। ਜਿਹਨੂੰ ਪਿਆਸ ਆ ਜਾਣਗੇ ਇੱਥੇ ਪੁੱਛਣਗੇ ਵੀ ਮੈਨੂੰ ਜੀ ਪਿਆਸ ਹੈ, ਮੈਨੂੰ ਕੋਈ ਇਹਦਾ ਸ਼ਬਦ ਸੁਣਾਓ, ਮੈਨੂੰ ਮੇਰਾ ਪਾਰ ਉਤਾਰੇ ਲਈ ਕਿਆ ਕਰਤੱਵ ਹੈ। ਜਿਵੇਂ ਖੂਹ ਸੰਤ ਖੂਹ ਭੱਜੇ ਫਿਰਦੇ ਆ ਤੇ ਇਹਦੇ ਜੇ ਨਹੀਂ ਤੇ ਇਹਦੇ ਡੋਲ ਭੱਜੇ ਫਿਰਦੇ ਆ। ਜਿਵੇਂ ਖੂਹ 'ਤੇ ਡੋਲ ਰੱਖੇ ਹੁੰਦੇ ਆ, ਇਹ ਡੋਲੂ ਥਾਂ ਥਾਂ ਪ੍ਰਚਾਰ ਕਰਦੇ ਫਿਰਦੇ ਆ। ਓਏ ਭਲਿਓ, ਜਦੋਂ ਕੋਈ ਤੁਹਾਡੇ ਕੋਲੇ ਸਿੱਖਣ ਆਊ ਤਾਂ ਸਿਖਾਇਓ, ਇਹਦੀ ਮਹਿਮਾ ਬਰਕਰਾਰ ਰੱਖੋ। ਬਿਨਾਂ ਸੁਣਨ ਤੋਂ ਸਵੀਕਰ ਲਾਇਆ, ਬਿਨਾਂ ਸੁਣਨ ਤੋਂ ਸੁਖਮਨੀ। ਅੱਛਾ ਪਹਿਲਾਂ ਦੱਸੋ ਵੀ ਗੁਰੂਆਂ ਨੇ ਇਹ ਗੱਲ ਆਖੀ। ਗੁਰੂ ਅਰਜਨ ਦੇਵ ਜੀ ਦੇ ਸਰੀਰ ਪਾਤ 'ਤੇ ਪਾਠ ਨਹੀਂ ਕਰਾਇਆ। ਮਹਾਦੇਵ ਦਾ ਸਰੀਰ ਪਾਤ ਹੋਇਆ, ਪਾਠ ਨਹੀਂ ਕਰਾਇਆ। ਮਾਤਾ ਗੰਗਾ ਜੀ ਦਾ ਸਰੀਰ ਪਾਤ ਹੋਇਆ, ਪਾਠ ਨਹੀਂ ਕਰਾਇਆ। ਤੇ ਤੁਹਾਨੂੰ ਕਿਹਨੇ ਕਿਹਾ ਸੀ ਵੀ ਮਰਿਆ ਮਗਰੋਂ ਕਰਾਇਓ? ਉਹਨਾਂ ਨੇ ਤਾਂ ਆਖਿਆ ਜਿਉਂਦੇ ਜਿਉਂਦੇ ਸੁਣੋ। ਜਿੰਨਾ ਚਿਰ ਤੁਹਾਡਾ ਸਰੀਰ ਹੀ ਜਿਉਂਦਾ ਹੈ ਓਏ ਉਹਦੇ 'ਚੋਂ ਸੁਣੋ। ਉਹ ਸੁਣ ਕੇ ਵਿਚਾਰੋ, ਮੰਨਣ ਕਰੋ, ਨਿਧਿਆਸਣ ਕਰੋ। ਉਹ ਸਾਖਸ਼ਾਤ ਵਾਸੂ ਦਾ ਅਨੁਭਵ ਕਰ ਲਓ। ਮੁੜ ਕੇ ਜੰਮਣ ਔਰ ਮਰਨ ਤੇਰਾ ਮਿਟ ਜੇ। ਇਹ ਉਹ ਤਾਕਤ ਹੈ, ਸਤਾ ਪ੍ਰਦਾਨ ਕਰਦਾ। ਇਹ ਕਿਸ ਨੇ ਕਹਿਤਾ? ਫਿਰ ਇਹ ਪਾਠ, ਇਹ ਅਖੰਡ ਪਾਠ, ਇਹ ਸੰਪਟ ਪਾਠ, ਇਹ ਬਾਣੀ 'ਚ ਆਉਂਦਾ। ਕਿਸੇ ਪਾਠ ਦਾ ਨਾਂ ਵੀ ਇਹ ਅਖੰਡ ਪਾਠ, ਇਹ ਸੰਪਟ ਪਾਠ, ਇਹ ਢਮਾਣਾ ਇਹ ਕਿਹਨੇ ਚਲਾਤੇ? ਆਪਣੀਆਂ ਐਂਛਾਂ ਭੋਗਣ ਵਾਲਿਆਂ ਨੇ ਇਹ ਚਲਾਤੇ।
ਇਹ ਤਾਂ ਕੋਈ ਵੀ ਨਹੀਂ, ਕਿੱਥੋਂ ਮਰਜੀ ਚਿੱਤ ਜਦੋਂ ਕਰਦਾ ਦੋ ਪੱਤਰੇ ਵਿਚਾਰ, ਜਿਹੜਾ ਪੱਤਰਾ ਪੰਗਤੀ ਪੜ੍ਹੇਗਾ ਤੈਨੂੰ ਗਦ ਗਦ ਕਰ ਦੇਗੀ ਜੇ ਤੇਰੇ ਹਿਰਦੇ 'ਚ ਜਿਗਿਆਸਾ ਹੈ। ਤੇ ਹੁਣ ਚਲਾਤਾ, ਜਦੋਂ ਮ੍ਰਿਤੂ ਹੋ ਗਿਆ ਬਈ ਪਾਠ ਪੜ੍ਹਾਉਣਾ ਪਊ। ਅੱਛਾ, ਲੋਕ ਪੜ੍ਹਾਉਣ ਲੱਗ ਗਏ ਤੇ ਹੁਣ ਚਲਾਤਾ ਮ੍ਰਿਤੂ ਹੋ ਗਿਆ, ਹੁਣ ਸੁਖਮਨੀ ਦਾ ਪਾ ਦਿਓ। ਇਹ ਗੁਰੂ ਨੇ ਆਖਿਆ ਵੀ ਪਹਿਲਾਂ ਗੁਰੂ ਜੀ ਕਹਿੰਦੇ ਸੀ ਮੇਰਾ ਪੂਰਾ ਪਾਠ ਕਰਿਆ ਕਰੋ ਮ੍ਰਿਤੂ ਤੋਂ, ਹੁਣ ਗੁਰੂ ਜੀ ਨੇ ਕਹਿਤਾ ਮੇਰਾ ਸੁਖਮਨੀ ਪੜ੍ਹ ਦਿਆ ਕਰੋ। ਕਿਸ ਪਾਸੇ ਜਾ ਰਹੇ ਆ? ਇਹ ਸਿੱਧ ਕਰਤਾ ਗੁਰੂਆਂ ਨੇ ਤਾਂ ਵਿਚਾਰਿਆਂ ਨੇ ਐਡਾ ਮਹਾਨ ਇੱਕ ਤੁਹਾਡੇ ਲਈ ਬਹੁਤ ਬਣਾਤਾ ਜਹਾਜ਼ ਤਾਰਨ ਲਈ। ਇਹ ਲੋਕ ਹੀ ਆਪਦੀ ਮਰਜ਼ੀ ਨੇ ਇਹਨੂੰ ਕਦੇ ਕੁਛ ਕਰੀ ਜਾਂਦੇ। ਕਿਸੇ ਨੇ ਸੁਖਮਨੀ ਕਰਤਾ, ਹੁਣ ਸੁਖਮਨੀ ਚੱਲ ਗਿਆ। ਅੱਛਾ, ਤੇ ਦੂਜੇ ਦਾ ਦੋਸ਼ ਨਹੀਂ ਗਾ, ਜੇ ਪਾਠ ਪੂਰਾ ਪੜ੍ਹਨਾ ਪੁੰਨ ਸੀ ਤੇ ਕੱਲਾ ਸੁਖਮਨੀ ਪੜ੍ਹ ਲਿਆ ਤਾਂ ਪੁੰਨ ਹੋ ਗਏ, ਤੇ ਜਿਹੜਾ ਛੱਡਤਾ ਉਹ ਦੋਸ਼ ਨਹੀਂ। ਇਹਨੂੰ ਕੀ ਮਹਿਮਾ ਜਾਣੀ ਹੈ? ਇਹ ਬ੍ਰਹਮ ਵਿਦਿਆ ਹੈ। ਇਹਦਾ ਇੱਕ ਅਖਰ ਹਰ ਮਨ ਬਸਤ, ਇੱਕ ਅੱਖਰ ਕਹਿ ਲਓ, ਅਖਰ ਜੀ ਦਾ ਇਹ ਪ੍ਰਤੀਪਾਦਨ ਕਰਦਾ ਹੈ। ਹਿਰਦੇ 'ਚ ਵਸ ਜੇ ਅਖੇ ਨਾਨਕ ਹੋਤ ਨਿਹਾਲ, ਤਾਂ ਨਿਹਾਲ ਮੈਂ ਨਾ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇਹ ਕੋਈ ਮਾਮੂਲੀ ਨਹੀਂ ਗੀ। ਤਾਂ ਇਹ ਵੇਖੋ ਵੀ ਹਿਰਦੇ ਦੇ ਵਿੱਚ ਜਿਹੜੇ ਸਵੇਰੇ ਪਾਠ ਪੜ੍ਹਦੇ ਆ, ਕਈ ਗੁਰਦੁਆਰਿਆਂ 'ਚ ਪੜ੍ਹਦੇ ਆ, ਘਰਾਂ 'ਚ ਲੋਕਾਂ ਦੇ ਰੱਖੇ ਆ, ਗ੍ਰੰਥ ਸਾਹਿਬ ਵੀ ਰੱਖੇ ਆ, ਗੁਟਕੇ ਪੋਥੀਆਂ ਵੀ ਲੋਕਾਂ ਦੇ ਰੱਖੇ ਆ, ਪਰ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਤੈਨੂੰ ਇਹ ਤੋਂ ਜਿਹੜਾ ਨਿਹਾਲ ਹੋ ਗਿਆ ਕਿ ਨਹੀਂ ਜੰਮਣ ਮਰਨ ਤੋਂ ਰਹਿਤ, ਜਿਹਦਾ ਇਹਦਾ ਬੋਧ ਦੇਣਾ ਸੀ ਉਹ ਬੋਧ ਨਹੀਂ ਦੇ ਸਕੇ। ਭਾਈ ਪੰਡਤ ਕਿਸੇ ਨੂੰ ਸਮਝਾ ਨਹੀਂ ਸਕੇ। ਕਿਉਂ ਨਹੀਂ ਸਮਝਾ ਸਕੇ? ਕਿ ਆਪ ਨਹੀਂ ਸਮਝ ਸਕੇ। ਜੇ ਆਪ ਸਮਝ ਜਾਂਦੇ ਤਾਂ ਹੀ ਦੂਜਿਆਂ ਨੂੰ ਸਮਝਾਉਂਦੇ। ਇਹ ਸਾਰਿਆਂ ਦੇ 90% 95% ਮਨੁੱਖ ਦੇ ਹਿਰਦੇ 'ਚ ਇਹ ਹੈ ਕਿ ਇਹ ਫਲ ਉਦੋਂ ਦੇਊਗਾ ਜਿਹੜੀ ਤੂੰ ਬਾਣੀ ਸੁਣੀ ਜਦੋਂ ਮਰ ਗਿਆ। ਵੇਖ ਲਾ, ਰੋਟੀ ਖਾਣਾ ਤੈਨੂੰ ਖਾਂਦਿਆਂ ਖਾਂਦਿਆਂ ਫਲ ਦਿੰਦੀ, ਪਾਣੀ ਪੀਣਾ ਪੀਂਦਿਆਂ ਪੀਂਦਿਆਂ ਫਲ ਦਿੰਦਾ, ਨਿੰਦਰਾ ਜਿਹੜੀ ਹੈ ਸੌਂਦਿਆਂ ਸੌਂਦਿਆਂ ਫਲ ਦਿੰਦੀ। ਪ੍ਰਤੇਕ ਚੀਜ਼ ਜਦੋਂ ਸਰੀਰ ਦੇ ਹੁੰਦਿਆਂ ਹੁੰਦਿਆਂ ਉਸੇ ਵੇਲੇ ਤੈਨੂੰ ਫਲ ਦੇ ਦਿੰਦੀ ਹੈ। ਤੇ ਇਹ ਬਾਣੀ ਨੂੰ ਹਦਾਰ 'ਚ ਰੱਖੀ ਬੈਠੇ ਆ। ਇਹ ਹੁਣ ਤਾਂ ਨਹੀਂ। ਅੱਛਾ, ਤੂੰ 50 ਸਾਲ ਦਾ ਬਾਣੀ ਸੁਣਦਾ ਪੜ੍ਹਦਾ, ਤੈਨੂੰ ਇਹ ਅਨੁਭਵ ਹੋਇਆ ਕਿ ਨਹੀਂ ਤੂੰ ਮੁਕਤ ਹੈ, ਮਰਨਾ ਨਹੀਂ? ਨਹੀਂ ਖੈਰ ਹੁਣ ਤਾਂ ਨਹੀਂ ਹੋਇਆ, ਤੇ ਗਾਂ ਹੋ ਜੂ। ਇਹਨੂੰ ਆਧਾਰ ਦੇ ਸੌਦਿਆਂ 'ਚ ਲਪਾਈ ਬੈਠਾ ਬਾਣੀ ਨੂੰ। ਜਿਹੜੀ ਚੀਜ਼ ਪ੍ਰਤੱਖ ਫਲ ਕਾਹੇ ਥੋ ਹੈ, ਉਹਨੂੰ ਸਾਰੇ ਕੁਛ ਗਿਆਨੀ ਪੁਰਸ਼ਾਂ ਨੂੰ ਛੱਡ ਕੇ, ਇਹ ਨਹੀਂ ਵੀ ਨਹੀਂ ਮਹਾਤਮਾ ਗਿਆਨੀ ਪੁਰਸ਼ ਸਿੱਖ ਪੰਥ 'ਚ ਹੈ ਕਿ ਜਿਹੜੇ ਇਸ ਚੀਜ਼ ਨੂੰ ਸਮਝਦੇ ਹੈ। ਤੇ ਜ਼ਿਆਦਾ ਤਾਂ ਇਹ ਹੀ ਹੈ, ਬਸ ਜੀ ਬਾਣੀ ਨੇ ਪੱਲੇ ਜਾਣਾ, ਹੋਰ ਕੁਛ ਨਹੀਂ ਤੇਰੇ ਪੱਲੇ ਜਾਣਾ। ਵੀ ਇਹ ਪੱਲੇ ਬੰਨਣ ਵਾਲੀ ਚੀਜ਼ ਹੈ। ਸਮਝਾ ਤਾਂ ਦੇ, ਬਾਣੀ ਨੇ ਨਾਲ ਜਾਣਾ। ਪਹਿਲਾਂ ਤਾਂ ਤੂੰ ਵਿਚਾਰ ਵੀ ਜਾਣਾ ਕਿੱਥੇ, ਕਿੱਥੇ ਜਾਣਾ? ਇਹ ਪਤਾ ਕਿਸੇ ਨੂੰ ਨਹੀਂ ਗਾ ਜਾਣਾ। ਅੱਛਾ, ਜਾਣੇ ਦਾ ਪਤਾ ਨਹੀਂ ਤੇ ਆਉਣੇ ਦਾ ਪਤਾ। ਜਿਹੜੀ ਆਪਾਂ ਪਿੱਛੇ ਸ਼ੁਰੂ ਕੀਤੀ ਸੀ ਵੀ ਇਸ ਸਰੀਰ ਤੇ ਸਾਰੀਆਂ ਮਾਨਤਾ, ਅੱਗੇ ਇਸੇ ਸਰੀਰ ਨੂੰ ਇਹ ਕਿਹਾ ਹੋਇਆ ਇਹ ਵੀ ਤੇਰੀ ਮਾਨਤਾ ਹੈ
कि मैं सिख हूँ, मैं ईसाई हूँ, मैं हिंदू हूँ, मैं मुसलमान हूँ। ये मनुख मूल में ਇਹਦਾ ਮਨੁੱਖਪੁਣ ਕਦੇ ਨਹੀਂ ਬਦਲਦਾ, ਭਾਵੇਂ ਹਿੰਦੂ ਖਵਾਲਾ, ਭਾਵੇਂ ਈਸਾਈ ਖਵਾਲਾ, ਭਾਵੇਂ ਮੁਸਲਮਾਨ ਖਵਾਲਾ, ਭਾਵੇਂ ਕੋਈ ਹੋਰ ਜਾਤੀ ਰਖਵਾਲਾ, ਇਹਦਾ ਮੂਲ ਮਨੁੱਖ ਨਾਲ ਹੀ ਰਹਿਦੇ। ਕਿਵੇਂ? ਚਾਹੇ ਘੜਾ ਖਵਾਲਾ, ਚਾਹੇ ਬਠੜੀ ਖਵਾਲੇ, ਚਾਹੇ ਚੱਪਣ ਠੂਠੀ ਦੀਵਾ ਕੁਛ ਖਵਾਲੇ, ਮਿੱਟੀ ਇਹਦਾ ਖਹਿੜਾ ਨਹੀਂ ਛੱਡਦੀ। ਇਹ ਨਕਲੀ ਨਾਂ ਸਾਰੇ। ਇਸੇ ਇਹ ਵੀ ਜਿਹੜੀ ਮਿੱਟੀ ਚੋਂ ਦੀਵਾ ਬਣਿਆ, ਠੂਠੀ ਬਠੜੀ ਬਣੀ ਹੈ, ਇਹ ਵੀ ਉਸੇ ਮਿੱਟੀ ਚੋਂ ਹੀ ਬਣਿਆ। ਇਹ ਬਾਣੀ ਬਤਾਉਂਦੀ ਹੈ ਵੀ ਇਹ ਉਸ ਮਿੱਟੀ ਚੋਂ ਹੀ ਬਣਿਆ। ਤਾਂ ਨਾਨਕ ਜੀ ਇਹਨੂੰ ਕਿਹਾ ਤੂੰ ਇਸ ਮਿੱਟੀ ਨੂੰ ਨਾ ਵੇਖ, ਇਹ ਵੇਖ ਇਹ ਮਿੱਟੀ ਤੁਰਦੀ ਫਿਰਦੀ ਕਿਵੇਂ ਹੈ। ਆਖੇ ਮਾਟੀ ਕਾ ਪੁਤਲਾ ਕੈਸੇ ਨੱਚਦਾ ਹੈ। ਇਹ ਮਾਟੀ ਦੇ ਪੁਤਲੇ ਨੂੰ ਕੋਈ ਬ੍ਰਾਹਮਣ ਕਹਿੰਦਾ, ਕੋਈ ਬਰਾੜ ਕਹਿੰਦਾ, ਕੋਈ ਕਰਾੜ ਕਹਿੰਦਾ, ਕੋਈ ਲੁਹਾਰ ਕਹਿੰਦਾ। ਇਹਦੇ ਆਦਿਕ ਲੈ ਕਰਕੇ ਕੋਈ ਸਿੱਖ ਆਦਾ, ਕੋਈ ਹਿੰਦੂ ਆਦਾ। ਉਹ ਮਿੱਟੀ ਦੇ ਪੁਤਲੇ ਨੂੰ ਆਖੀ ਜਾਂਦੇ। ਅੱਛਾ, ਮਿੱਟੀ ਨੂੰ ਕੁਛ ਫਰਕ ਪਿਆ ਬਠਲੀ ਆਖਣੇ ਸੇ? ਮਿੱਟੀ ਨੂੰ ਕੋਈ ਫਰਕ ਪਿਆ ਘੜਾ ਆਖਣੇ ਸੇ? ਇਹ ਮਿੱਟੀ ਦੇ ਬੁੱਤ ਨੂੰ ਕੋਈ ਫਰਕ ਨਹੀਂ ਪੈਂਦਾ। ਨਾਨਕ ਜੀ ਤੇ ਮਹਾਰਾਜ ਨੇ ਕਹਿਤਾ ਸੀ ਕਿ ਚੰਗਾ ਨਾਮ ਰਖਾਇ ਕੇ, ਰੱਖ ਲਓ ਕੋਈ ਚੰਗਾ ਨਾਮ, ਖਾਲਸਾ ਰੱਖ ਲਓ, ਭਾਈ ਸਾਹਿਬ ਭਾਈ ਰੱਖ ਲਓ। ਵੇਖੋ ਕੁਛ ਸੋਚ ਸਮਝ ਕੇ ਚੱਲੋ। ਕਈ ਅਸੀਂ ਅਜਾਣੇ ਪੁਣੇ 'ਚ ਚੀਜ਼ਾਂ ਜਾਣੀਆਂ ਤਾਂ ਉਹਨੂੰ ਜਾਣਨਾ ਨਹੀਂ। ਭਾਈ ਗੁਰਦਾਸ ਜੀ ਮਾਤਾ ਗੰਗਾ ਜੀ ਦੇ ਭਾਈ ਲੱਗਦੇ ਸੀ। ਉਹ ਜ਼ਿਆਦਾ ਇਤਿਹਾਸਕਾਰ ਜਾਣਦੇ, ਮੈਂ ਤਾਂ ਇਹ ਵੀ ਪਤਾ ਵੀ ਸਕੇ ਭਾਈ ਨਹੀਂ ਸੀ। ਚਲੋ ਭਾਈ 'ਚ ਕੀ ਫਰਕ ਹੈ। ਮਾਤਾ ਗੰਗਾ ਜੀ ਦੇ ਭਾਈ ਗੁਰਦਾਸ ਜੀ ਭਾਈ ਸੀ ਤੇ ਮਾਤਾ ਗੰਗਾ ਜੀ ਭਾਈ ਬੋਲਦੀ ਸੀ। ਤਾਂ ਸਾਰੇ ਉਹਨੂੰ ਭਾਈ ਕਹਿਣ ਲੱਗ ਗਏ। ਜਦੋਂ ਉਹਦਾ ਨਾਂ ਹੀ ਭਾਈ ਸੀ, ਹਾਂ ਕੌਣ ਭਾਈ ਜੀ ਨੂੰ ਪੁੱਛੋ। ਮਾਤਾ ਜੀ ਦੇ ਭਰਾ ਹੋਣ ਕਰਕੇ ਚੋਟੀ ਦੇ ਵਿਦਵਾਨ ਸੀ, ਆਦਰ ਸੀ, ਸਭੀ ਲੋਕਾਂ ਨੂੰ ਭਾਈ ਜੀ ਕਹਿ ਕੇ ਬੋਲਦੇ ਸੀ। ਤੇ ਨਾਂ ਵੀ ਉਹਦਾ ਪ੍ਰਚਲਿਤ ਹੋ ਗਿਆ ਭਾਈ ਗੁਰਦਾਸ ਜੀ। ਤਾਂ ਭਾਈ ਕੋਈ ਪਦ ਨਹੀਂ ਸੀ, ਭਾਈ ਤਾਂ ਉਹਦਾ ਵਿਸ਼ੇਸ਼ਣ ਸੀ ਵੀ ਮਾਤਾ ਗੰਗਾ ਜੀ ਦੇ ਭਾਈ ਹੈ। ਤਾਂ ਹੁਣ ਕਿਹਦੇ ਭਾਈ ਹੈ? ਜਿਹੜੇ ਭਾਈ ਸਾਹਿਬ ਭਾਈ ਫਲਾਨਾ, ਭਾਈ ਸਾਹਿਬ ਭਾਈ ਫਲਾਨਾ। ਭਾਈ ਗੁਰਦਾਸ ਜੀ ਤਾਂ ਇੱਕ ਭਾਈ ਸੀ, ਅੱਜ ਤਿੰਨ ਤਿੰਨ ਭਾਈ ਨਾਂ ਲੱਗੇ ਆ। ਭਾਈ ਸਾਹਿਬ ਫਲਾਨਾ, ਤੁਹਾਨੂੰ ਭਾਈ ਸਾਹਿਬ ਕਿਹਦੇ ਆ? ਸੁਣ ਕੇ ਨਹੀਂ ਵਿਚਾਰੋ ਵੀ ਭਾਈ ਗੁਰਦਾਸ, ਜੇ ਤੁਸੀਂ ਭਾਈ ਸਾਹਿਬ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਸੀ। ਉਹਨਾਂ ਨੂੰ ਵਿਦਿਆ ਅਧਿਐਨ ਕਰੋ, ਉਹਨਾਂ ਦੀ ਪ੍ਰਤਿਸ਼ਠਾ ਰੱਖੋ। ਉਹਨਾਂ ਨੂੰ ਭਾਈ ਸਾਹਿਬ ਕਹਿੰਦੇ ਸੀ। ਤੁਸੀਂ ਵੀ ਭਾਈ ਸਾਹਿਬ ਅਖਵਾਉਣੇ ਹੈ ਤਾਂ ਜੀਵਨ ਮੇਂ ਪਵਿੱਤਰਤਾ ਲਿਆਓ। ਜੇ ਵੀ ਪਵਿੱਤਰਤਾ ਭਾਈ ਸਾਹਿਬਾਂ ਦੇ ਹੈ ਤਾਂ ਔਰ ਪਵਿੱਤਰ ਇਸ ਨੂੰ ਫਿਰ ਰੱਖੋ। ਜੇ ਨਹੀਂ ਤਾਂ ਪਵਿੱਤਰਤਾ ਲਿਆਓ। ਜੇ ਪਵਿੱਤਰਤਾ ਨਹੀਂ ਲਿਆ ਸਕਦੇ, ਉਨੀ ਵਿਦਿਆ ਜਾਣ ਨਹੀਂ ਸਕਦੇ, ਤਾਂ ਫਿਰ ਭਾਈ ਸਾਹਿਬ ਅਖਵਾਉਣਾ ਸਾਡਾ ਫਜ਼ੂਲ ਹੀ ਹੈ। ਇਹ ਕੋਈ ਮਾਮੂਲੀ ਨਹੀਂ ਗੇ। ਨਾਨਕ ਜੀ ਮਹਾਰਾਜ ਨੇ ਤਾਂ ਕਿਹਾ ਸੀ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ। ਜਿਹੜੇ ਭਾਈ ਸਾਹਿਬ ਨੂੰ ਚੀਜ਼ਾਂ ਦੀ ਦ੍ਰਿਸ਼ਟੀ 'ਚ ਅਨੁਭਵ ਸੀ, ਉਹ ਤੁਹਾਨੂੰ ਹੈ।
ਜੇ ਤਿਸ ਨਦਰ ਨਾ ਆਵਈ। ਆਪਣਾ ਸਰੂਪ ਸੀ ਜਿਹੜਾ ਭਾਈ ਸਾਹਿਬ ਨੂੰ ਨਦਰ ਸੀ। ਗੁਰੂ ਅਰਜਨ ਦੇਵ ਜੀ ਨੂੰ ਆਪਣਾ ਸਰੂਪ ਸਾਖਸ਼ਾਤ ਸੀ। ਗੁਰੂ ਰਾਮਦਾਸ ਜੀ ਇਤਿਆਦਿਕ ਲੈ ਕੇ ਗੁਰੂ ਨਾਨਕ ਦੇਵ ਜੀ ਨੂੰ, ਸਾਰਿਆਂ ਗੁਰੂਆਂ ਨੂੰ ਜਿਹੜਾ ਆਪਣਾ ਸਰੂਪ ਸਾਖਸ਼ਾਤ ਅਪਰੋਕਸ਼ ਸੀ, ਇਹ ਤੁਹਾਨੂੰ ਹੈ ਭਾਈ ਸਾਹਿਬਾਂ ਨੂੰ। ਤਾਂ ਫਿਰ ਇਹ ਉਹਨਾਂ ਦੀ ਮਹਿਮਾ ਨੂੰ ਰੱਖੋ ਕਾਇਮ, ਉਹ ਸਰੂਪ ਨੂੰ ਸਾਖਸ਼ਾਤ ਕਰੋ। ਕੀ ਹੈ ਸਰੂਪ? ਕੀ ਉਹਨਾਂ ਦਾ ਕਿਹੜਾ ਸਰੂਪ ਸੀ? ਉਹ ਭਾਈ ਸਾਹਿਬ ਜਿਹੜੇ ਸੀ ਉਹ ਇਹਨੂੰ ਮੰਨਦੇ ਸੀ, ਤੁਸੀਂ ਮੰਨਦੇ ਸਾਂ, ਲੋਕ ਉਹਨੂੰ ਮੰਨਦੇ ਸੀ, ਉਹਦੀ ਬਾਡੀ ਨੂੰ। ਉਹ ਆਪ ਨੂੰ ਬਾਡੀ ਨਹੀਂ ਸੀ ਮੰਨਦੇ, ਉਹ ਆਪ ਨੂੰ ਮਨ ਇੰਦਰੀ ਵੀ ਨਹੀਂ ਸੀ ਮੰਨਦੇ, ਉਹ ਪ੍ਰਗਿਆ ਵੀ ਨਹੀਂ ਸੀ ਮੰਨਦੇ, ਉਹ ਪ੍ਰਗਿਆਨ ਵੀ ਨਹੀਂ ਸੀ ਮੰਨਦੇ, ਉਹ ਆਪਣੇ ਆਪ ਨੂੰ ਪ੍ਰਗਿਆਨ ਕਨ ਮੰਨਦੇ ਸੀ। ਤੁਸੀਂ ਮੰਨ ਲਿਆ ਭਾਈ ਸਾਹਿਬਾਂ ਨੇ ਆਪਣੇ ਆਪ ਨੂੰ ਪ੍ਰਗਿਆਨ ਕਨ। ਤਾਂ 1000 ਭਾਈ ਸਾਹਿਬ ਇਕੱਠਾ ਕਰ ਲਓ, ਹੱਥ ਖੜੇ ਝੂਠੀ ਮੂਠੀ ਤਾਂ ਕਰ ਦੇਣਗੇ। ਜਦੋਂ ਪ੍ਰਕਿਰਿਆ ਸ਼ੁਰੂ ਕਰਤੀ, ਅੱਛਾ ਬਤਾਓ ਜੀ, ਤਾਂ ਫਿਰ ਇਹ ਹੋਏਗਾ ਅਜੇ ਵੀ ਮੌਕਾ ਹੈ। ਕੋਈ ਨਹੀਂ, ਜੇ ਨਹੀਂ ਯਾਦ ਹਾਲੇ ਵੀ ਮੌਕਾ ਹੈ। ਕਿਉਂ ਮੌਕਾ ਹੈ? ਇਹ ਸਰੀਰ ਸਹੀ ਹੈ, ਅਜੇ ਵੀ ਉਸ ਚੀਜ਼ ਨੂੰ ਜਾਣ ਸਕਦੇ। ਤਾਂ ਭਾਈ ਸਾਹਿਬ ਅਰਥ ਨੂੰ, ਸ਼ਬਦ ਨੂੰ ਸਕਾਰਥ ਕਰ ਦਿਓ, ਨਿਰਾਰਥਕ ਮਤ ਰਹਿਣ ਦੇਣਾ। ਤਾਂ ਇੱਥੋਂ ਆਏਗਾ ਕਿ ਵੀ ਵੇਖੋ ਗੁਰਬਾਣੀ ਬਹੁਤ ਸਾਡੇ ਕੋਲੇ ਇਹ ਦਰਸ਼ਨ ਹੈ, ਇਹਦੇ ਵਿੱਚ ਇੱਕ ਬਹੁਤ ਵੱਡਾ ਫਲਸਫਾ ਹੈ। ਇਹ ਤਾਂ ਜਿਨ੍ਹਾਂ ਨੂੰ ਇਹਦਾ ਪਤਾ ਨਹੀਂ ਲੱਗਿਆ, ਉਹਨਾਂ ਨੇ ਇਹਨੂੰ ਪਤਾ ਲੱਗ ਗਿਆ। ਜਿਨ੍ਹਾਂ ਨੂੰ ਉਹਨਾਂ ਨੂੰ ਦਰਸ਼ਨ ਕਿਹਾ, ਇਸ ਨੂੰ ਫਲਸਫਾ ਕਿਹਾ, ਇਸ ਨੂੰ ਪਰਮਾਤਮਾ ਬ੍ਰਹਮ ਕਿਹਾ, ਅਥਵਾ ਜਿਨ੍ਹਾਂ ਨੂੰ ਪਤਾ ਲੱਗਦਾ ਉਹਨਾਂ ਨੇ ਇਹਨੂੰ ਗੁਰੂ ਕਿਹਾ। ਜਿਨ੍ਹਾਂ ਨੂੰ ਇਹਦੇ ਚੋਂ ਆਪਣੇ ਵਾਸਤਵਿਕ ਸਰੂਪ ਨੂੰ ਪਹਿਚਾਨਣ ਦੇ, ਜਾਣਨ ਦੇ ਗੁਰ ਮਿਲੇ, ਇਹਦੇ ਚੋਂ ਗੁਰ ਲੱਭਦਾ ਹੈ। ਜਿਹੜੀ ਗੁਰ ਦਿੰਦੀ ਹੈ ਸਾਨੂੰ, ਇੱਧਰਲੇ ਰਸਤੇ ਤੋਂ ਮੋੜ ਕੇ ਇੱਧਰ ਸਿੱਧੇ ਰਸਤੇ ਪਾ ਦਿੰਦੀ ਹੈ। ਉਹਨਾਂ ਨੂੰ ਉਹਨਾਂ ਨੇ ਚਾਅ ਨਾਲ ਨਹੀਂ ਆਖਿਆ, ਬੇਵੱਸ ਹੋ ਕੇ ਕਹਿਣਾ ਪਿਆ ਕਿ ਵਾਕਿਆ ਹੀ ਇਹ ਗੁਰੂ ਹੈ, ਗੁਰ ਉਪਦੇਸ਼ ਹੈ ਇਹਦੇ 'ਚ। ਅਤੇ ਇੱਕ ਉੱਦਾਂ ਹੀ ਵੇਖ ਕੇ ਐਂ ਕਰਤਾ। ਇਹ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਨਹੀਂ ਦੱਸ ਸਕੇ। ਇੱਕ ਇਹ ਵੀ ਸੁਣਨ ਮੈਂ ਅਖਬਾਰਾਂ 'ਚ ਆਉਂਦਾ ਕਿ ਕਮੇਟੀ ਕਹਿੰਦੀ ਹੈ ਹੁਣ ਇਹ ਅੰਗਰੇਜ਼ੀ 'ਚ ਅਨੁਵਾਦ ਕਰਾਓ ਇਹਦਾ। ਅੱਛਾ, ਪੰਜਾਬੀ ਵਾਲੇ ਤਾਂ ਰੱਜ ਗਏ ਇਹ ਤੋਂ। ਜਿਹੜੀ ਤੁਹਾਡੀ ਮਾਂ ਭਾਸ਼ਾ ਪੰਜਾਬੀ ਹੈ, ਇਹਦੇ 'ਚ ਲਿਖੀ, ਪਹਿਲਾਂ ਪੰਜਾਬੀ ਪੜ੍ਹਨ ਵਾਲੇ ਨੂੰ ਪੁੱਛੋ ਵੀ ਇਹਦੇ 'ਚੋਂ ਕੀ ਲੱਭਿਆ, ਸੱਚ ਤਾਂ ਬਤਾਓ, ਤਾਂ ਕਿ ਦੂਜਿਆਂ ਨੂੰ ਖਿੱਚ ਹੋਵੇ ਵੀ ਮੈਂ ਤਾਂ ਆਪ ਇਹ ਤੋਂ 'ਚੋਂ ਪ੍ਰਾਪਤ ਕਰੂੰਗਾ। ਤਾਂ ਅੰਤ ਨੂੰ ਇਹ ਨਿਕਲੇਗਾ ਕਿਸੇ ਦੇ ਪੱਲੇ ਕੁਛ ਨਹੀਂ, ਕੱਖ ਵੀ ਨਹੀਂ ਪਾਇਆ ਇਹਦੇ 'ਚੋਂ। ਪਾਉਣ ਵਾਲਾ ਜਿਹੜੇ ਪਾ ਗਏ ਸੀ ਉਹ ਅੱਜ ਸਰੀਰ ਰਹੇ ਨੇ। ਜੇ ਕੋਈ ਜਾਣਨਾ ਚਾਹੁੰਦਾ ਤਾਂ ਬਾਣੀ 'ਚੋਂ ਹੀ ਬਾਣੀ ਨੂੰ ਜਾਣਨਾ ਚਾਹੁੰਦਾ। ਗੁਰੂਆਂ ਨੇ ਐਵੇਂ ਨਹੀਂ ਮਹਿਮਾ ਰੱਖੀ ਕਿ ਜੇ ਕੋਈ ਜਨਮ ਮਰਨ ਤੇ ਡਰੇ। ਪਹਿਲੀ ਤੋਂ ਬਾਤ ਹੈ, ਇਹ ਡਰਦਾ ਹੀ ਨਹੀਂ। ਜੇ ਡਰਦੇ ਹੁਣ, ਵੇਖੋ ਗੁਨਾਹਾਂ ਤੋਂ ਡਰਦੇ ਹੋਣ ਮਨੁੱਖ, ਤਾਂ ਗੁਨਾਹ ਕਰਕੇ ਜੇਲ੍ਹਾਂ ਕਿਉਂ ਭਰਨ? ਡਰਦੇ ਨਹੀਂ ਗੇ ਗੁਨਾਹਾਂ ਤੋਂ, ਨਾ ਜੇਲ੍ਹਾਂ ਤੋਂ ਡਰਦੇ ਆ, ਨਾ ਅਪੱਦਰ ਤੋਂ ਡਰਦੇ ਆ। ਜਿਵੇਂ ਇੱਥੇ ਸੰਸਾਰਕ ਵਿਹਾਰ 'ਚ ਜਿਹੜੇ ਨਹੀਂ ਡਰਦੇ,
ਤਾਂ ਉਹਨਾਂ ਲੋਕਾਂ ਦੀਆਂ ਜੇਲ੍ਹਾਂ ਭਰੀਆਂ ਹੋਈਆਂ। ਤੇ ਜਿਹੜੇ ਨਹੀਂ ਡਰਦੇ ਜਨਮ ਮਰਨ ਤੋਂ, ਇਹ ਜਲਚਰ ਸ੍ਰਿਸ਼ਟੀ ਸਮੁੰਦਰ ਉਹਨਾਂ ਦੇ ਭਰੇ ਹੋਏ ਆ ਸਰੀਰ ਧਾਰ ਕੇ। ਇਹ ਧਰਤੀ ਤੇ ਇਹ ਨਾਨਾ ਰੂਪ ਕਰਕੇ ਰਹਿ ਰਹੇ ਆ। ਇਹ ਨਾਨਾ ਰੂਪ ਕਰਕੇ ਆਕਾਸ਼ ਮੰਡਲ 'ਚ ਉੱਡ ਰਹੇ ਆ। ਇਹ ਲੱਗਦਾ ਮਨੁੱਖ ਸਰੀਰ ਵੀ ਜਦੋਂ ਮੈਂ ਮਰ ਗਿਆ ਸਰੀਰ ਮਰ ਜਾਊਗਾ ਤੇ ਮੈਨੂੰ ਕਿਤੇ ਲੈ ਜਾਣਗੇ, ਉੱਥੇ ਗੁਰੂ ਜੀ ਬੈਠੇ ਹੋਣਗੇ। ਸਾਰੇ ਹੀ ਆਦੇ ਜਿਤਨੇ ਵੀ ਬਾਹਰ ਵੱਡੇ ਵੱਡੇ ਮਹਾਮੰਡਲੇਸ਼ਰ ਬਣੇ ਬੈਠੇ ਆ, ਵੀ ਉੱਥੇ ਗੁਰੂ ਜੀ ਆਉਣਗੇ ਤਾਂ ਉੱਥੇ ਸਾਡਾ ਨਾਮ ਪਛਾਣ ਲਓਗੇ। ਵਿਚਾਰੋ ਵੀ ਜੇ 1 ਲੱਖ ਬੰਦਾ ਹੈ, 1 ਲੱਖ ਬੰਦੇ ਦੇ ਤੁਸੀਂ ਗੁਰੂ ਜੀ ਤਾਂ ਤੁਹਾਡੇ ਪਹਿਲੇ ਹੈ ਹੀ ਨਹੀਂ ਜਿਨ੍ਹਾਂ ਤੋਂ ਨਾਮਦਾਨ ਲਏ ਸੀ। ਤੇ ਤੁਸੀਂ ਉਹਨਾਂ ਨੂੰ ਜਿਨ੍ਹਾਂ ਨੇ ਨਵੇਂ ਨਾਮਦਾਨ ਲਏ ਲਿਸਟ ਭੇਜੀ ਆ ਵੀ ਆ ਰਹੇ ਆ ਜੀ, ਤੇ ਇਹਨਾਂ ਨੂੰ ਇੱਧਰ ਸਰਗਲ ਨੂੰ ਘੱਲ ਦਿਆ ਜੋ। ਫਿਰ ਕੀ ਕਹਿ ਰਹੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਜਿਹਨੂੰ ਅਸੀਂ ਗੁਰੂ ਜੀ ਕਹਿੰਦੇ ਸੀ ਉਹਨਾਂ ਦਾ ਕੀ ਸਰੂਪ ਸੀ, ਉਹ ਇਸ ਵੇਲੇ ਕੀ ਹੈ। ਤਾਂ ਸਿੱਖ ਭਾਈਚਾਰਾ ਵੀ ਉਹਨਾਂ ਲੋਕਾਂ ਦੇ, ਮੈਂ ਇਹ ਵਿਚਾਰ ਕੇ ਸਭ ਵਿਚਾਰ ਕੀਤੀ, ਲੋਕਾਂ ਨੇ ਮੇਰੇ ਸਾਥੀ ਨਾਲ ਸੀ ਜਿਹੜੇ, ਉਹਨਾਂ ਸਭ ਨੇ ਵੱਡੇ ਵੱਡੇ ਮਾਲ ਹੋਟਲ ਬਣਾਏ ਆ। ਮੇਰੀ ਕਿਹੜੀ ਜਿਹੜੀ ਦੁੱਖ ਨਾਲ ਪੈਲੀ ਸੀ ਇਹ ਵਿਚਾਰ ਕਰਦੀ ਉਹ ਵੀ ਵਿਕ ਗਈ ਹੈ। ਖੋਜ ਕੀਤੀ ਹੈ, ਪੜਚੋਲ ਕੀਤੀ ਹੈ ਇਸ ਵਾਸਤੇ ਵੀ ਜਿਨ੍ਹਾਂ ਨੂੰ ਤੁਸੀਂ ਕਿਤੇ ਗਏ ਆਨੇ ਹੈ ਉਹ ਗੁਰੂਆਂ ਨੂੰ ਵੇਖੋ ਕਿ ਗੁਰੂ ਦਾ ਸਰੂਪ ਕੀ ਸੀ, ਉਹ ਕਿੱਥੇ ਸਮਾਏ ਹੈ। ਸੁਰਗ 'ਚ ਨਾ ਨਰਕ 'ਚ, ਉਹ ਗਿਆਨੀ ਪੁਰਸ਼ ਹੀ ਸ੍ਰਿਸ਼ਟੀ ਦਾ ਆਦਿ ਸ਼ਟਾਨ ਹੈ। ਕਿਵੇਂ ਆਖੇ ਆਦਿ ਸ਼ਟਾਨ ਤੇ ਭਿੰਨ ਨਹੀਂ। ਗਿਆਨੀ ਪੁਰਸ਼ ਆਦਿ ਸ਼ਟਾਨ ਬ੍ਰਹਮ ਸਤਾ ਹੈ, ਉਹ ਬ੍ਰਹਮ ਤੋਂ ਭਿੰਨ ਨਹੀਂ। ਜਿਹੜੇ ਗਿਆਨੀ ਗੁਰੂਆਂ ਦੇ ਸਰੀਰ ਸ਼ਾਂਤ ਹੋਏ ਹੈ ਉਹ ਤਾਂ ਬ੍ਰਹਮ ਪਰਮਾਤਮਾ ਹੈ। ਪਰਮਾਤਮਾ ਕਿੱਥੇ ਰਹਿੰਦਾ? ਉਹ ਕਿੱਥੇ ਰਹਿੰਦਾ ਨਹੀਂ, ਇਹ ਪੁੱਛੋ ਕਿੱਥੇ ਨਹੀਂ। ਸਰਬ ਵਿਆਪੀ ਸਰਬਮੈ ਸਰਬ ਰੂਪ ਅਨੂਪ, ਅੱਜ ਬਨਾਸੀ ਬ੍ਰਹਮ ਚਿੱਤ। ਉਹ ਬ੍ਰਹਮ ਚਿੱਤ ਸੋਹੰ, ਉਹ ਗੁਰੂ ਜੀ ਕਹਿੰਦੇ ਅਸੀਂ ਉਹ ਹਾਂ। ਤੇ ਤੁਸੀਂ ਉਹਨੂੰ ਨਰਕ ਦੀ ਘਬਾਈ ਬੈਠੇ, ਉੱਥੇ ਪਛਾਣ ਕੇ ਆਖਦਾ ਮੋੜੋ। ਜਿਹੜੇ ਬ੍ਰਹਮ ਬੀਤੇ ਸੀ, ਬ੍ਰਹਮ ਸਰੂਪ ਹੈ, ਉਹਨਾਂ ਨੂੰ ਨਰਕ ਸੁਰਗ ਦੇ ਚੌਂਕੀਦਾਰ ਬਣਾ ਕੇ ਬਿਠਾਏ ਹੈ। ਸਾਡੇ ਗੁਰੂ ਜੀ ਉੱਥੋਂ ਮੋੜ ਦਿੰਦੇ ਆ ਜੀ, ਇਹ ਸਾਡਾ ਓਏ ਜਾਓ ਯਾਰ। ਕਿਆ ਪ੍ਰਤਿਸ਼ਠਾਵਾਨਾਂ ਪੁਰਸ਼ਾਂ ਦੀ ਕੀ ਉਹਨਾਂ ਦਾ ਕਥਨ ਕਰ ਰਹੇ। ਉਹ ਬ੍ਰਹਮ ਰੂਪ ਗੁਰੂ ਸੀ, ਤੁਹਾਨੂੰ ਵਾਸਤੇ ਬ੍ਰਹਮ ਬਣਾਉਣ ਵਾਸਤੇ ਪਿੱਛੇ ਬਾਣੀ ਛੱਡ ਗਏ। ਅਗਰ ਜੇ ਬ੍ਰਹਮ ਨਹੀਂ ਬਣਦੇ ਤਾਂ ਵੇਖ ਲਓ ਆ ਬ੍ਰਹਮ ਨਹੀਂ ਬਣੇ ਜਿਹੜੇ ਕਿਵੇਂ ਆ ਚੈਨਲ ਚੱਲਦੇ ਆ ਟੀਵੀਆਂ 'ਤੇ, ਇੱਕ ਦੂਜੇ ਨੂੰ ਦੂਜੇ ਭਖਸ਼ਣ ਕਰੀ ਜਾਂਦੇ ਆ। ਉਹਨਾਂ ਦੀ ਪੇਟ ਦੀ ਪੂਰਤੀ ਨਹੀਂ ਹੁੰਦੀ। ਤੁਹਾਡੀ ਪੇਟ ਦੀ ਪੂਰਤੀ ਤਾਂ ਹੁੰਦੀ, ਤੁਹਾਡੀ ਵਾਸ਼ਨਾ ਦੀ ਪੂਰਤੀ ਨਹੀਂ ਹੁੰਦੀ। ਇੱਕੋ ਜਿਹੀ ਆ ਜੇ। ਇਹ ਤੋਂ ਅੱਗੇ ਉੱਠੋ। ਜਿਹੜਾ ਅੱਗੇ ਉੱਠੇਗਾ ਉਹਨੂੰ ਗੁਰਬਾਣੀ ਸਫਲੀ ਕਰੋ। ਗੁਰਬਾਣੀ ਤੁਹਾਨੂੰ ਸਫਲ ਕਰਨ ਵਾਸਤੇ ਹੈ। ਹੁਣ ਮੈਂ ਸਮਾਪਤੀ ਕਰਨ ਲੱਗਾ ਵਿਚਾਰ ਦੀ। ਗੁਰਬਾਣੀ ਬਹੁਤ ਹੈ। ਕੀ ਹੈ ਕਿ ਇਹਦੇ ਉੱਤੇ ਇੱਕ ਵਾਰੀ ਇਹਦੇ ਨਾਮ ਸ਼ਬਦ ਤੇ ਇਸਤਤ ਹੋ ਜੇ, ਇਹ 84 ਤੋਂ ਪਾਰ ਕਰਕੇ ਇਹਨੂੰ ਛੱਡਦੀ ਹੈ। ਇਹਨਾਂ ਦਾ ਪ੍ਰਤੀ
ਪ੍ਰਦੂਸ਼ਿਤ ਕਰਨ ਵਾਸਤੇ, ਪ੍ਰਕਾਸ਼ਿਤ ਕਰਨ ਵਾਸਤੇ ਸੰਮੇਲਨ ਹੈ ਸੰਤਾਂ ਦਾ। ਅੱਜ ਐਸੀ ਹੈ, ਕੋਈ ਆ ਜਾਏਗਾ ਸਮਾਂ ਗਿਆਨੀ ਪੁਰਸ਼ਾਂ ਨੂੰ ਕੋਈ ਪਹਿਚਾਣਦਾ ਨਹੀਂ, ਭੇਖੀਆਂ ਨੂੰ ਪਛਾਣਦਾ, ਜਿਹਦੇ ਭੇਖ ਪਾਇਆ ਤਾਂ ਉਹਨਾਂ ਨੂੰ ਭੇਖੀਆਂ ਨੂੰ ਆ, ਜਿਨ੍ਹਾਂ ਨੂੰ ਗੁਰਬਾਣੀ ਨੇ ਰੱਦ ਕੀਤਾ ਹੋਇਆ। ਤਾਂ ਮੈਂ ਇਹ ਸਮਾਪਤ ਕਰਦਾ ਕਹਿ ਕੇ ਅਖੇ ਬਹੁਤ ਸਾਧ ਸਮਾਗਮ ਕੀਜੈ। ਇਹ ਸੰਤ ਸਮਾਗਮ ਹੈ ਜਿਹੜਾ, ਇਹ ਜਹਾਜ਼ ਹੈ ਜਿਹੜਾ ਚੜ ਗਿਆ ਫਿਰ ਪਾਣੀ 'ਚ ਨਹੀਂ ਡੁੱਬਦਾ, ਜੰਮਣ ਮਰਨ ਦਾ ਹੀ ਪਾਣੀ ਹੈ। ਬਹੁਤ ਸਾਧ ਸਮਾਗਮ ਕੀਜੈ, ਜਿਨ ਸੰਗਤ ਭਵ ਭਾਰ ਭਰੀਜੈ। ਬਿਨ ਸਤ ਸੰਗਤ ਕਿਨ ਬਿਦ ਤਰੀਐ, ਭਵ ਸਾਗਰ में बूढ़ मरीजै। जप तप वर्त नेम मख पूजा। ਵੇਖੋ, ਜਪ ਤਪ ਵਰਤ ਨੇਮ ਮਖ ਪੂਜਾ, ਕੋਟਨ ਕੋਟ ਉਪਾਏ ਕਰੀਜੈ। ਇਨ ਕਰ ਕੋਈ ਪਾਰ ਨਾ ਪਰਿਓ, ਆਵਾ ਗੌਣ ਵਿਖੇ ਦੁਖ ਲੀਜੈ। ਮੱਛ ਕੱਛ काम आदक लहरा, इनके गरसे ना कभी छुटीजै। ओ बैठ जहाज साध की संगत, तिन ते छूटे पार वसीजै। मुक्त पदार्थ पार किनारा, ब्रह्म धाम में स्थित थीजै। ब्रह्म धाम में स्थित थीजै, जिथे गुरु जन स्थित, ਉੱਥੇ ਸਥਿਤੀ ਹੋਊਗੀ ਇਹਦੀ। ਤੇ ਨਹੀਂ ਤਾਂ ਇਹਦੇ ਲਈ ਸਭ ਪਹਿਲਾਂ ਹੈ, ਕਿਤੇ ਨਹੀਂ ਜਾਣਾ ਧਰਤੀ ਤੇ, ਇਹਨੂੰ ਸਭ ਉਪਲਬਧ ਹੈ। ਸੋ ਇੱਥੇ ਅੱਜ ਦਾ ਵਿਚਾਰ ਸਮਾਪਤ ਕਰਦੇ। ਓਮ ਸ਼ਾਂਤੀ ਸ਼ਾਂਤੀ। ਸਤਿਅਮ ਗਿਆਨਮ ਅਨੰਤਮ ਬ੍ਰਹਮ।